ਕਿਰਪਾ ਜਿਨ੍ਹਾਂ ਨੂੰ ਦੇਵੇ ਆਪਣੇ ਮਿਲਣ ਦੀ ਅੱਖ। ਕਰ ਕਿਰਪਾ ਜਿਨ੍ਹਾਂ ਨੂੰ ਦੇਵੇ ਆਪਣੇ ਮਿਲਣ ਦੀ ਅੱਖ, ਪੜਦਾ ਅੰਦਰੋਂ ਦਏ ਉਠਾਈ ਆ। ਫਿਰ ਕੀ ਹੁੰਦਾ ਜਦੋਂ ਪੜਦਾ ਚੱਕਿਆ ਜਾਂਦਾ? ਨਜ਼ਰੀ ਆਏ ਸਾਖਿਆਤ ਪ੍ਰਤੱਖ। ਫਿਰ ਉਹ ਸਾਹਮਣੇ ਨਜ਼ਰ ਆਉਂਦਾ ਜਿਹੜਾ ਕਣ ਕਣ ਦੇ ਵਿੱਚ ਸਮਾਇਆ ਹੋਇਆ। ਨਜ਼ਰੀ ਆਏ ਸਾਖਿਆਤ ਪ੍ਰਤੱਖ ਕੌਣ? ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀ ਆ, ਜੋ ਆਪ ਜੀ ਦੇ ਸਨਮੁਖ ਹੋਇਆ। ਸੋ ਦਸ ਬੇਨਤੀ ਕਰਦਾ ਸਾਡੇ ਵੀਰ ਅਸ਼ੋਕ ਕੁਮਾਰ ਜੀ। ਉਹਨਾਂ ਤੋਂ ਬਾਅਦ ਸਰਬਤ ਸੰਗਤ ਦਰਸ਼ਨ ਕਰੇਗੀ ਸਾਡੇ ਮਾਣ ਅਤੇ ਸਤਿਕਾਰਯੋਗ ਭੈਣ ਜੀ, ਭੈਣ ਦਵਿੰਦਰ ਕੌਰ ਜੀ। सोहं महाराज शेर सिंह विष्णु भगवान दी जय। 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 ਇਹ 13 ਕੱਤਕ ਸ਼ਹਿਨਸ਼ਾਹੀ ਸੰਮਤ 8 ਦੀ ਬਾਣੀ ਹੈ, ਜੋ ਕਿ ਬਹੁਤ ਕੁਛ ਜਿਸ ਤਰ੍ਹਾਂ 5 ਜੇਠ ਵਿੱਚ ਹੈਗਾ, ਇਸੇ ਤਰ੍ਹਾਂ ਇਸ ਵਿੱਚ ਵੀ ਉਹੀ ਗੱਲ ਦੱਸੀ ਗਈ ਹੈ। ਮਨੀ ਸਿੰਘ ਨੂੰ 1918 13 ਕੱਤਕ 1918 ਈਸਵੀ ਨੂੰ ਦਰਸ਼ਨ ਹੋਏ ਸੀ ਨਿਰਗੁਣ ਤਾਰ ਦੇ। ਜੇਲ੍ਹ ਦੇ ਵਿੱਚ ਸੀਗਾ। 1919 ਤਾਂ ਉਹਦੀ ਡੈਥ ਹੀ ਹੋ ਗਈ। ਅਤੇ ਇੱਕ ਦਿਨ ਮਨੀ ਸਿੰਘ ਨੂੰ ਤਾਰਾ ਚੰਦ ਨੇ ਕਿਹਾ, ਇੱਕ ਮੈਨੂੰ ਹੱਸ ਕੇ ਕਹੇ ਤਾਰਾ ਚੰਦ, ਸਤਿਗੁਰ ਦੇ ਚੰਦ ਕੁਛ ਸਾਨੂੰ ਦੇ ਸਮਝਾਈ ਆ, ਵੀ ਕੁਛ ਸਾਨੂੰ ਗੱਲ ਦੱਸ। ਅਤੇ ਉਹ ਦੱਸਦੇ ਹਨ ਕਿ ਅਸੀਂ ਉਹਦੀ ਗੱਲ ਕਰਨੀ ਹੈ। ਮਨੀ ਸਿੰਘ ਕਹਿੰਦਾ, ਜਿਸ ਦਾ ਗੋਬਿੰਦ ਡੰਕ ਵਜਾਇਆ ਫਤਿਹ, ਉਹ ਫਾਤਿਹਾ ਪੜ੍ਹੇ ਸਰਬ ਲੁਕਾਇਆ। ਉਹਨੇ ਸਾਰੀ ਦੁਨੀਆ ਦਾ ਫਾਤਿਹਾ ਪੜ੍ਹ ਦੇਣਾ। ਤੁਹਾਨੂੰ ਪਤਾ ਮੁਸਲਮਾਨ ਫਾਤਿਹਾ ਪੜ੍ਹਦੇ ਮਰਨ ਤੋਂ ਬਾਅਦ। ਫਿਰ ਮਨੀ ਸਿੰਘ ਕਹਿੰਦਾ ਹੈ, ਉਸ ਦਾ ਇੱਕੋ ਟਿਕਾਣਾ ਅਤੇ ਇੱਕੋ ਪਤਾ, ਪਤ ਪਰਮੇਸ਼ਵਰ ਸੱਚਖੰਡ ਵਸੇ ਤੁਰਦਾ ਮਾਈਆ। ਉਹ ਉੱਥੇ ਵੀ ਸੱਚਖੰਡ ਦਾ ਵਾਸੀ ਹੈ ਅਤੇ ਇੱਥੇ ਵੀ ਉਹਨੇ ਸੰਬਲ ਨਗਰ ਜਿਹੜਾ ਬਣਾਇਆ ਉਹ ਸੱਚਖੰਡ ਬਣਾਇਆ। ਔਰ ਅੱਗੇ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਉਸ ਨਿਰਗੁਣ ਤਾਰ ਜੋ ਸਰੂਪ ਦਾ ਜਿਹੜਾ ਭਗਤਾਂ ਨਾਲ ਮੇਲ ਹੋਣਾ ਹੈ, ਉਹ ਕਦੋਂ ਹੋਏਗਾ? ਅੰਤਮ, ਇਹ ਮਨੀ ਸਿੰਘ ਕਹਿ ਰਿਹਾ ਹੈ, ਅੰਤਮ ਉਸ ਦਾ ਜੋ ਸ਼ਬਦ ਦੀ ਤਾਰ, ਪਹਿਲਾਂ ਦੇਹ ਦੀ ਖੇਲ ਸੀ, ਹੁਣ ਜੋ ਸ਼ਬਦ ਤਾਰ ਦਾ ਖੇਲ ਹੈ, ਜੋ ਸਰੂਪ ਦੀ ਖੇਲ ਹੈ ਪੂਰਨ ਪਰਮੇਸ਼ਰ ਦੇ ਰੂਪ ਵਿੱਚ। ਅੰਤਮ ਉਸ ਦਾ ਜੋ ਸ਼ਬਦ ਦੀ ਤਾਰ, ਜਨ ਭਗਤਾਂ ਨਾਲ ਹੋਣਾ ਮਤਾ। ਜਗਤ ਦੀ ਮਤ ਕੰਮ ਕਿਸੇ ਨਾ ਆਈ ਆ, ਕੋਈ ਇੱਧਰ ਉੱਧਰ ਨਾ ਵਿਚਾਰ ਕਰ ਲਿਓ, ਉਹਦੇ ਨਾਲ ਹੀ ਪੂਰਨ ਸਤਿਗੁਰੂ ਦੇ ਨਾਲ ਹੀ ਤੁਹਾਡਾ ਮੇਲ ਹੋਣਾ ਸੀ। ਇਹ ਲਿਖਿਆ। ਪਰ ਯਾਦ ਰੱਖੀ ਤਾਰੇ ਚੰਨ, ਉਸਨੇ ਸਮੁੰਦ ਸਾਗਰਾਂ ਝੋਲੀ ਪਾਉਣਾ ਇੱਕ ਇੱਕ ਟਕਾ। ਕਿਹਨੇ ਪਾਇਆ ਸੀ ਟਕਾ? ਸੱਚੇ ਪਾਤਸ਼ਾਹ ਗਏ ਸੀ। ਲੱਖ 42 ਤ੍ਰਿਸ਼ਨਾ ਤ੍ਰਿਪਤ ਕਰਾਈ ਆ। ਅਤੇ ਸੰਤ ਮਨੀ ਸਿੰਘ ਕਹਿੰਦਾ ਹੈ ਕਿ ਮੈਨੂੰ ਬੜਾ ਕੁੱਟਿਆ ਇੱਕ ਦਿਨ ਸ਼ਬਦ। ਸੰਤ ਮਨੀ ਸਿੰਘ ਕਹੇ, ਮੈਨੂੰ ਸ਼ਬਦ ਵਿੱਚ ਕੁੱਟਿਆ, ਤਨ ਵਜੂਦ ਭੰਨ ਵਿਖਾਈ ਆ। ਫਿਰ ਬਿਨਾਂ ਬੁੱਲਾਂ ਤੋਂ ਬੋਲਿਆ ਅਕਾਲ ਪੁਰਖ ਜੋ ਸਰੂਪ ਹੋ ਕੇ, ਮਨੀ ਸਿੰਘ ਵੇਖ ਲੈ ਸ਼ੇਰ ਸਿੰਘ ਦਾ ਸਰੀਰ ਛੁੱਟਿਆ। 5 ਜੇਠ ਵੀ ਬਾਣੀ ਆ। ਮਨੀ ਸਿੰਘ ਵੇਖ ਲੈ ਸ਼ੇਰ ਸਿੰਘ ਦਾ ਸਰੀਰ ਛੁੱਟਿਆ, ਤਨ ਵਜੂਦ ਮਿੱਟੀ ਖਾਕ, ਨਜ਼ਰ ਕੋਈ ਨਾ ਆਈ ਆ। ਪਰ ਨਿਰਗੁਣ ਤਾਰ ਕਹਿ ਰਹੇ ਹੈ, ਮੇਰਾ ਨੂਰ ਜੋ ਸਰੂਪ ਹੈ, ਮੈਂ ਤਾਂ ਜੋ ਸਰੂਪ। ਸ਼ਹਿਨਸ਼ਾਹ ਇੱਕ ਖਵਾਈ, ਮੈਂ ਤਾਂ ਸ਼ਹਿਨਸ਼ਾਹ। ਫਿਰ ਜੋ ਸਰੂਪ ਅਕਾਲ ਪੁਰਖ ਨੇ ਕਿਹਾ ਮੈਂ ਬਣਨਾ ਸ਼ਾਹੋ ਪੂਪਿਆ। ਸ਼ਹਿਨਸ਼ਾਹ ਇੱਕ ਖਵਾਈ ਆ ਕਿ ਮੈਂ ਬਣਨਾ, ਹਲੇ ਪ੍ਰਗਟ ਹੋਣਾ। 9 ਖੰਡ ਪ੍ਰਿਥਵੀ ਫਿਰਨਾ, 7 ਦੀਪਾਂ ਕੁੱਟਿਆ, ਭਜਨਾ ਵਾਹੋ ਦਾਈਆ। 7 ਕੁੱਟ 9 ਖੰਡ 7 ਦੀਪਾਂ 'ਚ ਘੁੰਮਣਾ ਮੈਂ। ਮਨੀ ਸਿੰਘ ਸੋਚਣ ਲੱਗਾ, ਇਹ ਕੌਣ ਹੈ ਜੋ ਮੈਨੂੰ ਦਰਸ਼ਨ ਦੇ ਰਿਹਾ? ਚੱਟ ਮਨੀ ਸਿੰਘ ਕਹੇ, ਮੈਂ ਇਸ਼ਾਰੇ ਨਾਲ ਤੱਕਿਆ,
ਪੈਰੀ ਜੋੜਾ ਨਾ ਜੁੱਤਿਆ ਚਰਨ ਕਮਲ ਨਜ਼ਰ ਕੋਈ ਨਾ ਆਈ। ਮੈਨੂੰ ਤਾਂ ਇਹਦੇ ਚਰਨ ਕਮਲ ਵੀ ਨਜ਼ਰ ਨਹੀਂ ਆ ਰਹੇ, ਮੈਨੂੰ ਕੁਛ ਵੀ ਨਜ਼ਰ ਨਹੀਂ ਆ ਰਿਹਾ, ਪੰਜ ਭੂਤਕ ਸਰੀਰ ਵੀ ਨਹੀਂ ਕੋਈ ਦਿਖ ਰਿਹਾ। ਉਹਨੂੰ ਬੜਾ ਦੁੱਖ ਹੋਇਆ ਮਨੀ ਸਿੰਘ ਨੂੰ। ਮਨੀ ਸਿੰਘ ਕਹਿੰਦਾ ਹੈ ਮੇਰਾ ਅੰਤਰ ਬੜਾ ਦੁਖਿਆ, ਦੁੱਖ ਵਿੱਚ ਕੁਰਲਾਈ ਆ। ਵੀ ਜਿਹਨੂੰ ਮੈਂ ਮੰਨਦਾ ਸੀ ਉਹ ਕਿੱਧਰ ਚਲਾ ਗਿਆ, ਕਿੱਧਰ ਗਿਆ ਮੇਰਾ ਸਾਹਬ ਚੁੱਤਿਆ ਪਰ ਪਰਮੇਸ਼ਰ ਸਖਾ ਸਾਈ, ਉਹ ਕਿੱਧਰ ਚਲਾ ਗਿਆ। ਇਹਦੇ ਤੇ ਕੋਈ ਚਰਨ ਕਮਲ ਵੀ ਨਜ਼ਰ ਨਹੀਂ ਆਉਂਦੇ ਜਿਹੜਾ ਮੈਨੂੰ ਦਰਸ਼ਨ ਦੇ ਰਿਹਾ। ਜੋਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ, ਦੇਵਨਹਾਰਾ ਸਾਚਾ ਵਰ, ਸੱਚ ਦਾ ਹੁਕਮ ਇੱਕ ਸੁਣਾਏ, ਸੱਚ ਦਾ ਹੁਕਮ ਹੈ ਕਿ ਮੈਂ ਜੋ ਸਰੂਪ ਹੋ ਕੇ ਪ੍ਰਗਟ ਹੋਣਾ। ਫਿਰ ਉਹ ਨਿਰਗੁਣ ਧਾਰ ਛਾਤੀ 'ਤੇ ਚੜ੍ਹ ਗਿਆ ਮਨੀ ਸਿੰਘ 'ਤੇ। ਔਰ ਮਨੀ ਸਿੰਘ ਨੂੰ ਕਿਹਾ ਉੱਠ ਵੇਖ ਲੈ ਮੇਰੀ ਸਾਖੀ, ਜਿਸ ਦੀ ਕੀਮਤ ਨਾ ਅਜੇ ਲਿਖਾਈ ਹੈ। ਤੁਸੀਂ ਮੇਰੇ ਕੁਛ ਲਿਖਾਇਆ ਹੀ ਨਹੀਂ ਮੇਰੇ ਬਾਰੇ। ਤਾਂ ਸਾਦਾ ਮੇਰੇ ਕੋਲ ਮੇਰੇ ਹੁਕਮ ਦੀ ਬੜੀ ਬਾਕੀ, ਜਿਸ ਦਾ ਅੰਤ ਕਿਸੇ ਨਾ ਪਾਈਆ। ਇਹ ਦਰਸ ਦਿੱਤਾ ਸੀ 1918 ਈਸਵੀ, ਇਸੇ ਕੱਤਕ ਰਹਿਣ ਦੀ ਰਾਤੀ, ਰੁਤਲੀ ਆਪਣੇ ਰੰਗ ਵਿਖਾਈਆ। ਮਨੀ ਸਿੰਘ ਨੂੰ ਨਿਰਗੁਣ ਧਾਰ ਦੇ ਚਰਨ ਦਾ ਕਮਲ ਨਜ਼ਰ ਨਹੀਂ ਆਏ। ਤੇ ਮਨੀ ਸਿੰਘ ਨੇ ਕਹਤੇ ਰੂਪ ਦਾ ਧਰ ਕੋਈ ਫਿਰ ਤੂੰ। ਨਾਲੇ ਹੱਸ ਕੇ ਆ ਮੇਰੀ ਤੇਰੇ ਨਾਲ ਲੱਗੀ ਸ਼ਰਤ, ਸ਼ਰਤ ਜਾਂ ਸੂਰਤ ਬਣਾਈ ਆ, ਸੂਰਤ ਬਣਾ ਕੇ ਦਿਖਾ ਮੈਨੂੰ। ਉਹਨੂੰ ਫਿਰ ਅਕਾਲ ਪੁਰਖ ਦਾ ਜੋ ਸਰੂਪ ਦਾ ਇਸ਼ਾਰਾ ਹੋਇਆ। ਉਹ ਮਨੀ ਸਿੰਘ ਕਹਿੰਦਾ ਕੀ ਤੂੰ ਜੋ ਸਰੂਪ ਆਵੇਂਗਾ ਪਰਤ ਪਤ ਪਰਮੇਸ਼ਵਰ ਰੂਪ ਵਿਖਾਈ ਆ, ਰੂਪ ਵਿਖਾਏਂਗਾ ਤੂੰ। ਤੇ ਜਵਾਬ ਆਇਆ ਝਟ ਹੁਕਮ ਹੋਇਆ, ਇਹ ਸੰਦੇਸ਼ਾ ਦਿੱਤਾ ਸੀ ਰਾਮ ਨੇ ਭਰਤ, ਜਦੋਂ ਅਯੋਧਿਆ ਬਿਨਾ ਯੁੱਧ ਤਜਾਈ ਆ। ਰਾਜਾ ਕਦੀ ਰਾਜਧਾਨੀ ਛੱਡਦਾ ਨਹੀਂ ਬਿਨਾ ਯੁੱਧ ਤੋਂ, ਲੇਕਿਨ ਰਾਮ ਜੀ ਨੇ ਛੱਡ ਦਿੱਤੀ ਸੀ। ਉਸ ਵੇਲੇ ਭਰਤ ਨੂੰ ਕਿਹਾ ਸੀ ਕਿ ਜੋ ਸਰੂਪ ਪਰਮਾਤਮਾ ਆਏਗਾ ਕਲਯੁਗ ਅੰਤਮ। ਅਰਜਨ ਨੇ ਵੀ ਪੁੱਛਿਆ ਸੀ, ਅਰਜਨ ਨੇ ਕੀਤੀ ਅਰਜ਼ ਕ੍ਰਿਸ਼ਨ ਅੱਗੇ ਸ਼ੀਸ਼ ਝੁਕਾਈ ਆ। ਹੁਣ ਹੱਸ ਕੇ ਕਿਹਾ ਕ੍ਰਿਸ਼ਨ ਜੀ ਨੇ ਮੇਰਾ ਕਾਹਨ ਵੰਡੇਗਾ ਦਰਦ, ਦੁਖੀਆਂ ਦੁੱਖ ਗਵਾਈ ਆ। ਜਿਸ ਦੀ ਸ਼ਬਦ ਹੋਈ ਗਰਜ਼, ਤੁਸੀਂ 32 ਸਾਲ ਉਹਦੀ ਗਰਜ਼ ਸੁਣੀ ਹੈ, ਜਿਸ ਦੀ ਸ਼ਬਦ ਹੋਈ ਗਰਜ਼ ਪਵਕ ਇੱਕੋ ਨਾਮ ਪ੍ਰਗਟਾਈਆ। ਸੂਰਬੀਰ ਮਰਦਾਨਾ ਹੋਏਗਾ ਮਰਦ ਬੇਅੈਬ ਨੂਰ ਅਲਾਈਆ। ਤੇ ਮਨੀ ਸਿੰਘ ਕਹੇ ਮਨੀ ਸਿੰਘ ਨੂੰ ਕੱਲੇ ਨੂੰ ਸੋਹੰਗ ਦਾ ਜਾਪ ਦਿੱਤਾ ਸੀ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਾਇਦਾ ਨਹੀਂ, ਕੱਲੇ ਸੋਹੰਗ ਦਾ। ਸੱਚ ਦੱਸ ਤੂੰ ਮੈਨੂੰ ਕੱਲੇ ਨੂੰ ਕਿਉਂ ਦੱਸਿਆ ਸੋਹੰਗ ਜਾਪ, ਦੂਜੇ ਸਿੱਖਾਂ ਨੂੰ ਅਜੇ ਤੱਕ ਨਾ ਕੋਈ ਸੁਣਾਈ ਹੈ। ਮਹਾਰਾਜ ਸ਼ੇਰ ਸਿੰਘ ਦੇ ਜਿਹੜੇ ਸਿੱਖ ਸੀ ਉਹਨਾਂ ਨੂੰ ਤਾਂ ਉਹ ਤਾਂ ਸਤ ਕਰਤਾਰ ਕਹਿੰਦੇ ਸੀ। ਤੇ ਗੁਰੂ ਪੀਰ ਅਵਤਾਰ ਪੈਗੰਬਰ ਵੀ ਸੋਹੰਗ ਜਪਦੇ ਗਏ, ਅਵਤਾਰ ਪੈਗੰਬਰ ਗੁਰੂ ਸੋਹੰਗ ਕਰਦੇ ਗਏ ਜਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਾਅਦਾ ਤੁਹਾਡੇ ਨਾਲ ਰਖਾਈਆ। ਇਹ ਜਿਹੜਾ ਜਕਾਰਾ ਫਿਰ ਪੂਰਾ, ਇਹ ਜਿਹੜਾ ਜਕਾਰਾ ਹੈ ਇਹ ਰਾਤ 1944 ਵਿੱਚ 26 ਪੋਹ ਨੂੰ ਰਾਤ ਦੇ 10 ਵਜੇ ਪਹਿਲੀ ਵਾਰ ਸੰਸਾਰ ਵਿੱਚ ਪ੍ਰਸਿੱਧ ਹੋਇਆ। ਧਿਆਨ ਰੱਖਣਾ ਪਹਿਲੀ ਵਾਰ, ਜਦੋਂ ਮਹਾਰਾਜ ਸ਼ੇਰ ਸਿੰਘ ਦਾ ਸਰੀਰ ਛੁੱਟ ਗਿਆ ਉਸ ਤੋਂ ਬਾਅਦ ਅਕਾਲ ਪੁਰਖ ਨੇ ਰਾਤ ਦੇ 10 ਵਜੇ 26 ਪੋਹ ਨੂੰ ਇਹ ਜਕਾਰਾ ਲਾਇਆ। ਤੇ ਫਿਰ ਉਹ ਜਵਾਬ ਆਇਆ ਕਿ ਜਦੋਂ ਉਹਨੇ ਕਿਹਾ ਵੀ ਮੈਨੂੰ ਤਾਂ ਸੋਂਗ ਦਾ ਜਾਪ ਦੇ ਦਿੱਤਾ, ਕੱਲੇ ਸੋਂਗ ਦਾ, ਬਾਕੀ ਸਿੱਖਾਂ ਨੂੰ ਤਾਂ ਅਜੇ ਨਹੀਂ ਸੁਣਾਇਆ। ਉਹਦਾ ਜਵਾਬ ਆਇਆ ਜਿਸ ਵੇਲੇ ਜੋ ਸਰੂਪ ਪ੍ਰਗਟ ਹੋਵਾਂ ਆਪ, ਜਿਸ ਵੇਲੇ ਜੋ ਸਰੂਪ ਹੋ ਕੇ ਆਇਆ ਫਿਰ ਆਪਣੇ ਅਲਾਵਾ ਉਠਾਈਆ, ਫਿਰ ਆਪਣੇ ਭਗਤਾਂ ਨੂੰ ਮੈਂ ਇਕੱਠੇ ਕਰ ਲੈਣਾ। ਤੇ ਫਿਰ ਉਦੋਂ ਜਦੋਂ ਮੇਰਾ ਜੋ ਸ਼ਬਦ ਧਾਰ ਦਾ ਖੇਲ ਹੋਇਆ, ਜੋ ਸਰੂਪ ਹੋ ਕੇ ਖੇਲ ਹੋਇਆ, ਮਨੀ ਸਿੰਘ ਤੇਰੇ ਨਾਲ ਲੇਖਾ ਪੂਰਾ ਕਰਨਾ ਸਿੰਘ ਮਤਾਬ, ਜੋ ਬਰਕੀ ਵਿੱਚ ਬੁਰਕਾ ਪਾ ਕੇ ਮੇਰਾ ਰਾਹ ਤਕਾਈਆ। ਮੈਂ ਤੇਰਾ ਵੀ ਲੇਖਾ ਉਦੋਂ ਪੂਰਾ ਕਰਾਂਗਾ, ਹਾਲੇ ਨਹੀਂ। ਔਰ ਮਹਿਤਾਬ ਸਿੰਘ ਦਾ ਵੀ, ਸੰਤ ਬਾਬਾ ਮਹਿਤਾਬ ਸਿੰਘ ਦਾ ਲੇਖਾ ਵੀ ਪੂਰਾ ਕਰਾਂਗਾ। ਅਵਤਾਰ ਪੈਗੰਬਰ ਗੁਰੂਆਂ ਦਾ ਵੀ ਲੇਖਾ ਪੂਰਾ ਕਰਾਂਗਾ, ਜਿਸ ਦੀ 5 ਏਠ ਹੈਗਾ, ਜਿਸ ਦੇ ਤਾਰ ਨੂੰ ਹੋ ਗਏ ਸਾਲ 58, 5 8 ਮਿਲ ਕੇ ਵਜੇ ਵਧਾਈਏ, ਉਦੋਂ ਮੈਂ ਸਾਲ 52 ਦਾ ਲੇਖਾ ਵੀ ਪੂਰਾ ਕਰਨਾ ਹੈ। ਤੇ ਫਿਰ ਦੱਸਦੇ ਹਨ ਅਕਾਲ ਪੁਰਖ ਮੈਂ ਪ੍ਰਗਟ ਹੋਵਾਂ ਵਿੱਚ ਪੰਜਾਬ। ਹਲੇ ਮਹਾਰਾਜ ਸ਼ੇਰ ਸਿੰਘ ਐਸੀ ਉਹਦਾ ਕਹਿੰਦਾ ਮੈਂ ਪ੍ਰਗਟ ਹੋਣਾ, ਹਲੇ ਮੈਂ ਪ੍ਰਗਟ ਹੋਵਾਂ ਵਿੱਚ ਪੰਜਾਬ। ਪੰਜਾ ਗੋਬਿੰਦ ਵਾਲਾ ਦੇ ਗਵਾਈਆ। 10ਵੇਂ ਪਾਤਸ਼ਾਹ ਨੇ ਪੰਜਾ ਲਾਇਆ ਸੀ ਅਨੰਦਪੁਰ ਸਾਹਿਬ। ਤੇ ਸੰਤ ਮਨੀ ਸਿੰਘ ਕਹੇ ਪਤਾ ਨਹੀਂ ਇਹ ਕਿਹੜੀ ਗੱਲਾਂ ਕਰ ਰਿਹਾ, ਪਤਾ ਨਹੀਂ ਉਹ ਕਿਸ ਦਾ ਵਣਜ ਕਰੇ, ਕਿਸ ਦਾ ਬਣਿਆ ਵਪਾਰੀ, ਕਵਣ ਵਸਤ ਆਪਣੇ ਸੰਗ ਰਖਾਈਆ। ਇਹ ਤਾਂ ਪਤਾ ਤਾਂ ਹੈ ਨਹੀਂ। ਉਹਨੇ ਨਾ ਕਰਤੀ, ਮੈਂ ਨਹੀਂ ਗੱਲ ਲਿਖਣੀ। ਮਨੀ ਸਿੰਘ ਨੇ ਨਾ ਕਰਤੀ ਸੀ। ਸੰਤ ਮਨੀ ਸਿੰਘ ਕਹੇ ਮੈਂ ਇਹ ਲੇਖਾ ਲਿਖਣ ਤੋਂ ਨਾ ਕੀਤੀ ਸੀ, ਮੈਂ ਨਹੀਂ ਇਹ ਲੇਖਾ ਲਿਖਦਾ,
क्यों मेरे अंदर वड़ के नाल हुशियारी मेरा मन दिता बदलाईया। उस वेले की होया, उस वेले 5 वेरा जोत दी तार ने बिना कलम शाही तो, उस वेले 5 वेरा पूरन 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 लिखिया जोत दी तारी। मनी सिंह खेल तो होनी आ पूर्ण सतगुरु दी, बिना कलम शाही तो मैनू दिता विखाई आ। मनी सिंह कहता मैनू दिखा दिता। तो सूबेदार तेजपाल जी ने भी पूछा सी महाराज जी ने, महाराज जी पंचम शब्द की हुंदा। महाराज जी कहते पप्पा रारा नन्ना सस्सा कग्गा पूर्ण सिंह, ये 5 शब्द है। इतने जोत दी तार ने भी 5 बार पूर्ण पूर्ण लिखा। तो मनी सिंह ने जदों लिखण तो ना करती सी, वो कहता जी प्रभु जी गलती माड़ी हो गई है, प्रभ की गलती हो गई माड़ी, मेरी कलम दिती रुकाई आ। तो वो कन्न मरोड़ लिया, मेरे बुढ़े का कन्न मरोड़ के कहा बाबा जिस वेले मैं टप्पांगा सुमन सागरा खारी खोटे खरे वेख विखाई। जिस वेले सुमन सागर मैं टप्पांगा, बिना भगतां तो मेरी किसे नाल नहीं होनी यारी, यरानेदार ना कोई खवाइया। ओ हुक्म ए संदेशा ए लेखा मैं पूरा करांगा, जिस वेले मेरी तार हुई जहारी। जहार महाराज जी होए हैं 1944 विच, जहार जहूर हो के वेख विखाईया। तेरे लिखे लेख विचों हुक्म दे होणगे लिखारी, लिखत पुखत नाल लिखाए। उसने कहा तेरी लिखारी भी होनी चाहिए 5। तो मनी सिंह कहता है कि मैंने एक दिन डरपोक बना लिया, फिर मेरे अगे प्रकाश जोत मेरे नैन बंद दिते विखाईया। फिर क्या निर्गुणतार ने, मनी सिंह ये मेरा शरीर हो जाना फौत, फौत का मतलब खत्म हो जाना, तन मौजूद रहन कोई ना पाईया। मैनू भगता मिलन का शौक शौकीन हो के वेखा थां थाइया। फिर अपनी हालत दसदा है इस वेले मनी सिंह। संत मनी सिंह कहे मैं बड़ा हुंदा सा लड़दा, दिवस रहन करा लड़ाई आ। वो दिवस रहन लड़दा ही सी मन च। जिसकी सेवा की महाराज शेर सिंह की सेवा करते सी, सेवा का फल मैनू जेलों में पुआई आ। मैं सेवा करदा मैनू जेल च भेजता। फिर मनी सिंह कहता है इदों चंगा सी मैं अग विच सड़दा जां पानी च डुब के अपना आप तजाई आ। तेरी सेवा का फल क्या मिले मैनू। मनी सिंह कहता मेरे अंदर गुस्सा आया, इस दे नाल मिल के जिधर वेखा तो उधर घाटे, मैं सेवा भी करा तो घाटा भी मैनू पवे। जगत वाला सुख संग ना कोई जनाई, मैं तो जगत का सुख कटिया ही नहीं। एवें जिंदगी के कट्टे फाके अपना वक्त चुकाई आ। कोई खाण पीन भी चंगा नहीं मिले, ना गंगा के तटा सरोवरां उत्ते नहाते, ना गंगा गोदावरी गए। 68 मैल ना कोई तो आए, ना 18 तीर्थां ते गया। यदी सेवा की मैं तो घाटा पिया। मनी सिंह कह रहा है नाले सेवा करा नाले खावा तमाचे, थप्पड़ भी खावा, मूँह खग्गे डाही आ। फिर कहता है मनी सिंह मेरे अंदर विचार आउंदी हुण इहो चंगी बातें इक्को गल दियां सुनाई आ। किहड़ी गल कही। वो मनी सिंह कहे तू मेरा नहीं तो मैं तेरा नहीं, गल ही छड्ड गया। मनी सिंह कहे तू मेरा नहीं मैं तेरा नहीं, हुण एक दूजे दे छड्ड जाइए साथी, साथिया साथ दी लोड़ ना कोई विखाई आ। मनी सिंह कहा जब मैं तूरे बचन कढ़िया चट मेरे प्रकाश होया माथे, क्योंकि कालपुरख हर शरीर विराजमान है, मस्तक विच मस्ती वाला नजरी आई आ। फिर मैनू विखाया। मनी सिंह कहता आ वेख मनी सिंघा तेरे पिछले किन्ने जन्म गवाचे। बेशक वह जन्म अर्जन दा सी, लेकिन वो पिछले जन्म कई इदां भी गवाच गए से, कालपुरख नहीं सी मिलिया। मनी सिंघा तेरे पिछले किन्ने जन्म गवाचे, बिन मेरी कृपा तेरा जन्म लेखे कोई ना पाईया। फिर निर्गुणतार ने दसिया जेरे 5 जेठ की बाणी विच भी है, उठ वेख अगली मेरी वाटे, वटना मल के अवतार पैगंबर गुरु बैठे राह तकाईया। 5 जेठ भी यही लिखा है कि अवतार पैगंबर जदों उन्होंने शरीर छुट गया तो अवतार पैगंबर गुरु कहते हैं कि तेरी अगली खेल केड़ी है, उधर राह तक रहे ने कलंक ने आना है, तुसीं पढ़िया ही आ। अगे सीखा है जर 5-7 लाइनां दी। मनी सिंह कहे मैनू दरस दिता हजूर 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 दिता जनाईया। हजूर ने की जनाया कि नाले दसिया, मनी सिंह नूं दस रहे साढ़े वास्ते भी वही गल है, सतगुर का हुक्म मनना जरूर।
सब तो वड्डी गल है। होर भगती जुगती की लोड़ नहीं है। जरूरत अवर रहे ना राइया। दूजी बाणी च लिखा है सतगुर दा हुक्म मनना सब तो वड्डी फकीरी। एक फिक्रे विच दो जहान दा लेखा ते मुकाए ओहदा कहना मान लो। फिर दूजी गल खुशी नाल कहना सृष्टि की सब वस्तु बेगानी, सब वस्तुएं बेगानी। जिन्ने मर्जियां चोरियां ठगियां करके जमीना बना लो, ये कर लो, कोठियां कारां बना लो, सब बेगाने, कोई कम नहीं आना। खुशी नाल कहना सृष्टि की सब वस्तु बेगानी। फिर कौन होएगा सहाई? बिना सतगुरु शब्द तो संग ना कोई रखाइया। अगर कोई संग रहेगा तो सतगुरु शब्द ही करे रखे। गुरमुखा कहना साड़ी मंजिल एक रूहानी। सारे ने कहना साड़ी एक रूहानी मंजिल है। रूह दे मालक तेरी शरण आई। तू साड़ी आत्मा का मालक है, तेरी शरण च। तीन वेरा लिखिया जे गुरमुखा विच आ जाए खामी, उन्हां दी पूरी आपे देनी कराइया। संत मनी सिंह कहे उस वेले तेरा हुक्म एक विनाश तू पूरा देना कराइया। भी ऐ प्रभु तू उस वेले पूरा कर दी। उस वेले की गुरमुखा का चिट्टा लिबास होवे। गुरमुखा का इक्को चिट्टा होवेगा लिबास, इक्को वस्त्र सतगुरु शब्द, शब्द गोविंद तार पूर्ण देना पहनाइया। अगे देखो बहुत बड़ी गल है, जरा ध्यान नाल सुनना है। महाराज कहते 5 सेकंड, बहुती देर नहीं, सेकंड किन्ने होंदे हैं? बस 1 2 3 4 5 बस खत्म। 5 सेकंड अपने अंदर एक रख विश्वास। मनी सिंह कह रहे हैं आपां भी 5 सेकंड तक कर लिए। किस तरह रखना है? जगत विषयां तो मन लेना बचाए। जगत तो छड्ड के 5 सेकंड, सिर्फ 24 घंटे तो बहुत दूर की गल है, घंटे 5 सेकंड क्या 5 सेकंड अपने अंदर एक रख विश्वास, जगत विषयां तो मन लेना बचाइया। फिर की होएगा? ऐसे विच मानस जन्म होए रास, रस्ता मिले तुरत लगाइया। अगे दस्या है कि झट इशारा दिता ते मेरा साहब आया नठिया, मैनू लिया हिलाइया। ਉਹ ਆ ਤਕਲਾ ਪਪਿਆ पूर्ण पार ब्रह्म पत परमेश्वर सो पाई। पूर्ण परमेश्वर दी देख लो। तो मनी सिंह ने लिख दिता उसने छड़ जाना शरीर, ज्योति जाता होके अपना रूप बदलाइया। संभल बैठना जिसकी मंजिल उसकी अखीर, पूर्ण बीच पूर्ण रूप समाया, पूर्ण जोत दा पूर्ण प्रकाश अर्श फर्श ते कीती रुशनाइया। जिसने दीन दुनी दी बदल देनी तकदीर, मुकद्दर शब्द दा खोज खोजाइया। इसलिए अंत विच कि पूर्ण सतगुरु मनना, पार ब्रह्म करतार, जिस जुग जुग बेड़ा बनना, बनन हार सच्ची सरकार। तो जे असी ज्योति जो स्वरूप हर का मतलब समझ लीए, यही काफ़ी है कि ज्योति आत्मा, ज्योत परमात्मा, जो सर्व आत्मा का परमात्मा है और जो स्वरूप है, तन नहीं, वजूद नहीं, माटी खाक नहीं। और उसे परमात्मा नू, जो स्वरूप नू नेकलंक कहा गया है, किसी शरीर नू, किसी इंसान नू नेकलंक नहीं किया गया। ज्योति जो स्वरूप हर आप अपनी कृपा कर करे खेल सचार तुर मालक वड वडियाई। कोई बोलने च गलती हो गई तो सच्चे पातशाह को माफ़ी दा याचक। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो वीर जी ने बहुत ही प्यारा लेख आप जी दे नाल साझा किया। जिन्हों इस चीज़ का भुलेखा कि 26 पोह नूं ही सारी गल हुई आ, वो ये वाली लिखत जरूर पढ़ लैन जिहड़ी वीर जी ने आप जी दे नाल साझी कीती है। हजूर शहनशाह जी उदों 4 साल की आयु सी जदों ये हरबाणी अंकित हुई है। ये बाद विच अंकित हुई है, लेकिन हजूर शहनशाह जी ने 4 साल की उम्र दे विच
ਸੰਤ ਮਨੀ ਸਿੰਘ ਨੂੰ ਜੇਲ੍ਹ ਵਿੱਚ ਬੈਠੇ ਨੂੰ ਇਹ ਸਾਰੀ ਗੱਲਬਾਤ ਸਮਝਾਈ। 1918 ਦਾ ਆਪ ਜੀ ਨੇ ਜ਼ਿਕਰ ਸਰਵਣ ਕੀਤਾ। ਸੋ ਭੈਣ ਜੀ ਦੇ ਆਉਂਦਿਆਂ ਤੱਕ ਹੋ ਗਏ ਹੋਣਗੇ 3-4 ਸਾਲ। ਦਾਸ ਨੇ ਹਜ਼ੂਰ ਸ਼ਹਿਨਸ਼ਾਹ ਜੀ ਦਾ ਇੱਕ ਲੇਖ ਜੋ ਪਾਤਸ਼ਾਹ ਨੇ ਆਪਣੀ ਪਵਿੱਤਰ ਰਸਨਾ ਤੋਂ 27 ਪੋਹ ਵਾਲੇ ਦਿਨ ਬਚਨ ਸਾਂਝੇ ਕੀਤੇ, ਉਹ ਭੈਣ ਜੀ ਦੇ ਆਉਣ ਤੱਕ ਪਾਤਸ਼ਾਹ ਦਾ ਫਰਮਾਨ ਹੈ, ਠੱਗਾਂ ਚੋਰਾਂ ਵਾਂਗ ਵੇਖੋ ਵੇਖੀ ਕੋਈ ਚਰਨੀ ਨਾ ਚੁੱਕਿਓ। ਅੰਦਰ ਠਗੋਰੀ ਹੋਵੇ ਤੇ ਝੁਕਣਾ ਅਕਾਲ ਪੁਰਖ ਨੂੰ, ਇਹ ਨਾ ਕੰਮ ਕਰਿਓ। ਠੱਗਾਂ ਚੋਰਾਂ ਵਾਂਗ ਵੇਖੋ ਵੇਖੀ ਕੋਈ ਚਰਨੀ ਨਾ ਝੁਕਿਓ। ਇਸ ਦੁਆਰੇ ਤੇ ਆਪੇ ਆਪਣੀ ਇੱਛਾ ਅਨੁਸਾਰ ਸੰਬੰਧ ਜੋੜਨ ਦੀ ਖੁੱਲ੍ਹ ਹੈ। ਵੇਖੋ ਵੇਖੀ ਨਾ ਕੁਛ ਵੀ ਕਰਿਓ। ਜਿੱਥੋਂ ਤੱਕ ਮੇਰਾ ਸਵਾਲ ਹੈ, ਪਾਤਸ਼ਾਹ ਫਰਮਾਨ ਕਰਦੇ ਨੇ, ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਆਪਣਾ ਸਬੂਤ ਆਪਣੀ ਕਿਰਪਾ ਨਾਲ ਭਗਤ ਫਲਵਾੜੀ ਪੈਦਾ ਕਰ ਰਿਹਾ ਹਾਂ। ਮੇਰੀ ਕਿਰਪਾ ਬਗੈਰ ਕੋਈ ਵੀ ਮੇਰੇ ਚਰਨੀ ਨਹੀਂ ਆ ਸਕਦਾ। ਮੈਂ ਇੱਕ ਨਵੀਨ ਸ਼ਾਸਤਰ ਕਾਇਮ ਕਰਨ ਆਇਆ ਹਾਂ। ਇਹੋ ਜਿਹੇ ਸ਼ਾਸਤਰ ਪਹਿਲਾਂ ਪੈਦਾ ਨਹੀਂ ਹੋਏ, ਪ੍ਰਗਟ ਨਹੀਂ ਹੋਏ, ਜਿਨ੍ਹਾਂ ਦੇ ਵਿੱਚ ਪਿਛਲੇ ਭਗਤਾਂ ਦੀਆਂ, ਗੁਰੂ ਪੀਰ ਪੈਗੰਬਰ ਅਵਤਾਰਾਂ ਦੀਆਂ ਪੇਸ਼ੀਨ ਗੋਈਆਂ ਦੱਸੀਆਂ ਹੋਣ ਵੀ ਮੈਂ ਪੂਰੀਆਂ ਕਰ ਰਿਹਾ, ਔਰ ਉਹਨਾਂ ਦੇ ਮੈਂ ਲੇਖ ਵੀ ਪੂਰੇ ਕਰ ਰਿਹਾ। ਮੈਂ ਇੱਕ ਨਵੀਨ ਸ਼ਾਸਤਰ ਕਾਇਮ ਕਰਨ ਆਇਆ ਹਾਂ, ਜਿਸ ਦਾ 4 ਯੁੱਗ ਹਵਾਲਾ ਚੱਲਦਾ ਰਹਿਣਾ ਹੈ। ਇਹ ਪੜ੍ਹਿਆ ਜਾਣਾ ਕਿ ਫਲਾਣਾ ਸਿੰਘ ਦੇ ਗ੍ਰਹਿ ਅਕਾਲ ਪੁਰਖ ਆਏ, ਉਹਨਾਂ ਨੇ ਇਹ ਹਰਬਾਣੀ ਲਿਖਾਈ। ਇਸ ਲਈ ਕੋਈ ਵੀ ਅੰਦਰ ਦਾ ਕਾਲਾ, ਇਹ ਅੱਜ ਵੀ ਚੱਲ ਰਿਹਾ ਹੈ, ਪਰਮੇਸ਼ਰ ਦੇਖ ਰਹੇ ਨੇ। ਇਸ ਲਈ ਕੋਈ ਵੀ ਅੰਦਰ ਦਾ ਕਾਲਾ ਤੇ ਬਾਹਰੋਂ ਸਫਾਈ ਦੇਣ ਵਾਲਾ ਮੇਰੇ ਨਾਲ ਵਿਹਾਰ ਨਾ ਰੱਖੇ। ਸਮਝ ਲਓ ਪਾਤਸ਼ਾਹ ਕੀ ਚਾਹੁੰਦੇ ਨੇ, ਮੇਰੇ ਨਾਲ ਵਿਹਾਰ ਰੱਖੋ, ਮੇਰੇ ਬਣੋ। ਇਹ ਲਾਈਨ ਫੇਰ ਸੁਣੋ, ਇਸ ਲਈ ਕੋਈ ਵੀ ਅੰਦਰ ਦਾ ਕਾਲਾ ਤੇ ਬਾਹਰੋਂ ਸਫਾਈ ਦੇਣ ਵਾਲਾ ਮੇਰੇ ਨਾਲ ਵਿਹਾਰ ਨਾ ਰੱਖੇ। ਜੋ ਮੇਰੇ ਨਾਲ ਸਾਫ ਸੁਥਰਾ ਹੋ ਕੇ ਚੱਲੇਗਾ, ਆਪਾਂ ਨੂੰ ਚੱਲਣਾ ਪੈਣਾ, ਜੋ ਮੇਰੇ ਨਾਲ ਸਾਫ ਸੁਥਰਾ ਹੋ ਕੇ ਚੱਲੇਗਾ, ਉਸ ਨੂੰ ਮੈਂ ਆਪਣਾ ਨਾਮ ਰੰਗ ਚੜਾਵਾਂਗਾ। ਇਹ ਅਗੰਮਾ ਰੰਗ ਚੜਿਆ ਤੁਹਾਨੂੰ। ਇਸ ਦਰ ਤੇ ਆਉਣ ਵਾਲੇ ਨੂੰ ਕੂੜੀ ਕਿਰਿਆ ਤਿਆਗਣੀ ਹੋਵੇਗੀ। ਕੋਈ ਮਨ ਦਾ ਹੰਕਾਰੀ ਵਿਕਾਰੀ ਜਗਤ ਵਾਸ਼ਨਾ ਵਾਲਾ ਇੱਥੇ ਪ੍ਰਫੁੱਲਤ ਨਹੀਂ ਹੋਵੇਗਾ। ਸਾਫ ਸੁਥਰੇ ਹੋ ਕੇ ਆਉਣਾ ਪਏਗਾ। ਜੋ ਪ੍ਰੇਮ ਦੇ ਮਾਰਗ ਨੂੰ ਅੰਧੇਰ ਨਗਰੀ ਸਮਝ ਕੇ ਚੋਰਾਂ ਵਾਂਗੂ ਦਾਓ ਲਾਵੇਗਾ, ਜਾਂ ਮਤਲਬ ਲਈ ਕੱਚੀ ਯਾਰੀ ਲਾਵੇਗਾ। ਅੱਗੇ ਯਾਰੀ ਸੀ, ਹੁਣ ਯਾਰਾਨਾ। ਜਾਂ ਮਤਲਬ ਲਈ ਕੱਚੀ ਯਾਰੀ ਲਾਵੇਗਾ, ਝੂਠਾ ਨਾਤਾ ਜੋੜੇਗਾ, ਜੋ ਰੋਲ ਮਾਰੇਗਾ। ਜੋ ਮੈਨੂੰ ਜਗਤ ਅੱਖਾਂ ਨਾਲ ਵੇਖ ਕੇ, ਇਹ ਭਗਤ ਅੱਖਾਂ ਨਹੀਂ ਆਖਿਆ ਮਹਾਰਾਜ ਜੀ ਨੇ, ਜਗਤ ਅੱਖਾਂ ਨਾਲ ਵੇਖ ਕੇ ਮੇਰੀ ਪਹਿਚਾਣ ਨਹੀਂ ਕਰੇਗਾ। ਆਹ ਜਗਤ ਦੀ ਅੱਖ ਬਾਹਰਲੀ, ਇਹਦੇ ਨਾਲ ਵੇਖ ਕੇ ਮੇਰੀ ਪਹਿਚਾਣ ਨਹੀਂ ਕਰੇਗਾ, ਕਿਉਂਕਿ ਮੈਂ ਤੇ ਸਾਰਾ ਕੁਝ ਦੱਸ ਰਿਹਾ, ਮੈਂ ਹੈ ਕੌਣ।
ਜੋ ਮੈਨੂੰ ਜਗਤ ਅੱਖਾਂ ਨਾਲ ਵੇਖ ਕੇ ਮੇਰੀ ਪਹਿਚਾਣ ਨਹੀਂ ਕਰੇਗਾ ਅਤੇ ਮੇਰੇ ਸਾਖਿਆਤ ਦਰਸ ਦੀ ਮਹੱਤਤਾ ਨਹੀਂ ਸਮਝੇਗਾ। ਕਦੋਂ ਸਮਝਣੀ ਆਪਾਂ? ਇਹ ਜੀਵਨ ਖਤਮ ਹੋ ਗਿਆ ਉਦੋਂ। ਅਤੇ ਮੇਰੇ ਸਾਖਿਆਤ ਦਰਸ ਦੀ ਮਹੱਤਤਾ ਨਹੀਂ ਸਮਝੇਗਾ, ਮੈਂ ਉਸ ਨੂੰ ਸਜ਼ਾ ਦੇਵਾਂਗਾ। ਸਾਵਧਾਨ ਹੋ ਜਾਈਏ। ਜੋ ਪਿਛਲੇ ਸਮੇਂ ਬੀਤੇ ਵਿੱਚ ਮੇਰੇ ਨਹੀਂ ਬਣੇ, ਅੱਗੇ ਸਾਹਿਬਾਂ ਦਾ ਫਰਮਾਨ ਸਰਵਣ ਕਰਿਓ ਜਰਾ। ਜੋ ਪਿਛਲੇ ਸਮੇਂ ਬੀਤੇ ਵਿੱਚ ਮੇਰੇ ਨਹੀਂ ਬਣੇ, ਉਹ ਹੁਣ ਵੀ ਮੇਰੇ ਪੁੱਤਰ ਬਣ ਸਕਦੇ ਹਨ। ਆਪਾਂ ਕਿਉਂ ਨਹੀਂ ਮਾਫੀ ਮੰਗ ਕੇ ਸੱਚੇ ਪਾਤਸ਼ਾਹ ਦੇ ਪੁੱਤਰ ਬਣ ਜਾਈਏ ਕਿ ਪਿਤਾ ਜੀ ਸਾਡੇ ਕੋਲੋਂ ਪਿੱਛੇ ਗਲਤੀਆਂ ਬਹੁਤ ਹੋ ਗਈਆਂ, ਹੁਣ ਤੂੰ ਸਾਨੂੰ ਆਪਣੇ ਪੁੱਤਰ ਬਣਾ ਲਾ। ਮਹਾਰਾਜ ਜੀ ਕਹਿੰਦੇ ਨੇ ਜੋ ਪਿਛਲੇ ਸਮੇਂ ਬੀਤੇ ਵਿੱਚ ਮੇਰੇ ਨਹੀਂ ਬਣੇ, ਉਹ ਹੁਣ ਵੀ ਮੇਰੇ ਪੁੱਤਰ ਬਣ ਸਕਦੇ ਹਨ। ਅੱਗੇ ਐਸਾ ਮਾਤ ਲੋਕ ਵਿੱਚ ਸਮਾਂ ਕਦੇ ਨਹੀਂ ਆਇਆ। ਨਾ ਭਗਵਾਨ ਇੱਥੇ ਆਏ ਤੇ ਨਾ ਇਹ ਸਮਾਂ ਕਦੇ। ਹੁਣ ਭਗਵਾਨ ਵੀ ਆਏ ਤੇ ਭਗਤ ਵੀ ਆਏ। ਅੱਗੇ ਐਸਾ ਮਾਤਲੋਕ ਵਿੱਚ ਸਮਾਂ ਕਦੇ ਨਹੀਂ ਆਇਆ ਅਤੇ ਨਾ ਹੀ ਐਨੀ ਖੁੱਲ੍ਹੀ ਲੁੱਟ ਲੱਭੀ ਹੈ ਕਿ ਭਗਵਾਨ ਇਹ ਨਾ ਦੇਖੇ ਕਿ ਤੁਹਾਡੇ ਪਿਛਲੇ ਕਰਮ ਨੇ, ਤੂੰ ਆਇਆ ਤੇਰੇ ਅੰਦਰ ਮੈਂ ਆਪਣਾ ਦਰਸ ਦੀਦਾਰ ਦਿੱਤਾ ਤੇ ਆ ਚੱਕ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਪਹਿਲਾ ਪਾਤਸ਼ਾਹ ਨੇ ਆਉਣ ਵਾਲੇ ਭਗਤ ਦੇ ਉੱਤੇ ਕਿਰਪਾ ਕੀਤੀ ਤੇ ਫਿਰ ਸ਼ਬਦ ਦਿੱਤਾ ਹੈ। ਸ਼ਬਦ ਹੀ ਤਾਂ ਦਿੱਤਾ ਜੇ ਕਿਰਪਾ ਕੀਤੀ ਹੈ ਤਾਂ। ਬਿਨਾਂ ਭਗਤੀ ਕਰਨ ਤੋਂ ਭਗਤ ਪਦਵੀ ਮਿਲਦੀ ਹੋਵੇ, ਇਹ ਜੀ ਪਹਿਲਾਂ ਨਹੀਂ ਕਦੇ ਗੱਲ ਹੋਈ। ਪ੍ਰਭੂ ਦੀ ਐਸੀ ਖੇਲ ਬਹੁਤ ਯੁੱਗਾਂ ਬਾਅਦ ਹੁੰਦੀ। ਇਸ ਤਰ੍ਹਾਂ ਨਿਰਗੁਣ ਧਾਰ ਜੋਤੀ ਜਾਮੇ ਵਿੱਚ ਮੈਂ 994 ਚੌਕੜੀ ਯੁੱਗ ਬਾਅਦ ਆਉਂਦਾ ਹਾਂ। ਇਸ ਤਰ੍ਹਾਂ ਮੇਰਾ ਦਰਸ ਆ ਸਰਵਣ ਕਰ ਲਿਓ। ਪਾਤਸ਼ਾਹ ਆਖਿਆ ਕੀ ਹੈ? ਇਹ ਸਧਾਰਨ ਬਚਨਾਂ ਦੇ ਵਿੱਚ ਸਧਾਰਨ ਨਹੀਂ ਹੈਗੇ, ਇਹ ਬਹੁਤ ਵਡਮੁੱਲੇ ਨੇ। ਮੇਰਾ ਦਰਸ ਨਿਰੰਕਾਰ ਦਾ ਦਰਸ ਹੈ। ਸੋ ਬਾਕੀ ਫਿਰ ਆਪ ਜੀ ਦੇ ਨਾਲ ਜਾਂ ਤਾਂ ਸਵੇਰੇ ਸਮਾਂ ਮਿਲਿਆ ਤੇ ਬਾਕੀ ਜੋ ਹਜ਼ੂਰ ਸ਼ਹਿਨਸ਼ਾਹ ਜੀ ਦੀ ਇਹ ਬਖਸ਼ਿਸ਼ ਹੋਈ ਹੈ, ਬਹੁਤ ਪਿਆਰੀ ਬਖਸ਼ਿਸ਼ ਹੈ, ਸਾਂਝੀ ਕਰਾਂਗਾ। ਦਾਸ ਬੇਨਤੀ ਕਰਦਾ ਹੈ, ਸਾਡੇ ਮਨ ਤੇ ਸਤਿਕਾਰਯੋਗ ਭੈਣ ਜੀ ਇਜਾਜ਼ਤ ਦੇ ਰਹੇ ਨੇ। ਅੱਗੇ ਪਾਤਸ਼ਾਹ ਕੀ ਫਰਮਾਨ ਕਰਦੇ ਨੇ? ਮੁੱਢਲੀਆਂ ਕਥਾਵਾਂ ਵਿੱਚ 4 ਯੁੱਗ ਦਾ ਸਾਡੇ ਕੋਲ ਇਤਿਹਾਸ ਆ, ਲੇਕਿਨ ਪਾਤਸ਼ਾਹ ਕੋਲ ਕਿੰਨਾ? ਕੋਈ ਨਹੀਂ ਬੋਲਿਆ। 994 ਯੁੱਗ ਚੌਕੜੀ ਦਾ। ਸੰਸਾਰ ਕੋਲ ਸਿਰਫ 4 ਯੁੱਗ ਦਾ ਹੈ। ਮੁੱਢਲੀਆਂ ਕਥਾਵਾਂ ਵਿੱਚ ਮੈਂ ਆਪਣੇ ਆਪ ਨੂੰ ਪਰਮਾਤਮਾ ਤੋਂ ਵੱਖਰਾ ਜਣਾਉਂਦਾ ਰਿਹਾ, ਕਿਉਂਕਿ ਸਾਹਮਣੇ ਨਹੀਂ ਆਇਆ। ਪਰੰਤੂ ਮੇਰੀ ਸ਼ਬਦੀ ਅਤੇ ਨਿਰਗੁਣ ਜੋਤ ਦਾ ਇੱਕੋ ਰੰਗ ਰੂਪ ਹੈ। ਮੈਨੂੰ ਅਲੱਗ ਨਾ ਸਮਝ ਲਿਓ। ਜੇ ਮੈਨੂੰ ਜੋਤ ਕਰਕੇ ਜਾਣਨਾ ਤੇ ਤਦ ਵੀ ਮੈਂ ਹਾਂ, ਜੇ ਮੈਨੂੰ ਸ਼ਬਦ ਕਰਕੇ ਜਾਣਨਾ ਤੇ ਤਦ ਵੀ ਮੈਂ ਹਾਂ। ਜੋਤ ਤੇ ਸ਼ਬਦ ਤੋਂ ਮੈਂ ਵੱਖਰਾ ਨਹੀਂ ਹਾਂ। ਆਪਣੇ ਆਪ ਨੂੰ ਪਰਮਾਤਮਾ ਤੋਂ ਵੱਖਰਾ ਜਣਾਉਂਦਾ ਰਿਹਾ, ਪਰੰਤੂ ਮੇਰੀ ਸ਼ਬਦੀ ਅਤੇ ਨਿਰਗੁਣ ਜੋਤ ਦਾ ਇੱਕੋ ਰੰਗ ਰੂਪ ਹੈ। ਨਿਰਗੁਣ ਜੋਤ ਮੇਰੇ ਤੋਂ ਵੱਖ ਨਹੀਂ। ਲੱਭਣ ਨਾ ਚੱਲ ਜਾਓ ਕਿਤੇ ਨਿਰਗੁਣ ਨਿਰੰਕਾਰ ਨੂੰ। ਸਭ ਕੁਝ ਇੱਥੇ ਹੀ ਹੈ ਜੋ ਤੁਹਾਡੇ ਸਾਹਮਣੇ ਸੀ। ਮੈਂ ਆਪਣੀ ਹਸਤੀ ਸਮੇਤ ਪ੍ਰੇਮੀ ਪਿਆਰਿਆਂ ਦੀ ਆਤਮਾ ਸੇਜਾ 'ਤੇ ਜਾ ਬੈਠਦਾ ਹਾਂ। ਇਹ ਮੇਰੀ ਹਸਤੀ ਹੈ। ਤੁਹਾਡਾ ਪ੍ਰਭੂ ਆਪ ਜੀ ਦੇ ਨਾਲ ਗੱਲ ਕਰ ਰਿਹਾ ਕਿ ਮੈਂ ਇਸ ਹਸਤੀ ਦਾ ਮਾਲਕ ਹਾਂ। ਮੈਂ ਤੁਹਾਡੀ ਆਤਮ ਸੇਜਾ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਜਾਨਾ। ਸਿਰਫ ਮੈਨੂੰ ਇੰਨਾ ਨਾ ਸਮਝ ਲਿਓ ਕਿ ਮੈਂ ਸਿੰਘਾਸਨ ਦੇ ਉੱਤੇ ਬੈਠਾ। ਮੈਂ ਤੇ ਕਣ ਕਣ ਦੇ ਵਿੱਚ ਸਮਾਇਆ ਹੋਇਆ।
ਇਹ ਮੇਰੇ ਅਕਾਲ ਪੁਰਖ ਹੋਣ ਦਾ ਸਬੂਤ ਹੈ। ਕਿਹੋ ਜਿਹਾ ਪ੍ਰਮਾਣ ਚਾਹੀਦਾ ਹੈ? ਜਿਹੜੇ ਨਿਰਗੁਣ ਦੀ ਭਾਲ ਕਰਦੇ ਨੇ ਤੇ ਪਾਤਸ਼ਾਹ ਨਿਰਗੁਣ ਧਾਰ ਹੋ ਕੇ ਆਪ ਜੀ ਦੇ ਸਾਹਮਣੇ ਮੌਜੂਦ ਹੋਏ, ਪ੍ਰਗਟ ਹੋਏ, ਪ੍ਰਤੱਖ ਹੋਏ, ਸਨਮੁਖ ਹੋਏ, ਅਜੇ ਵੀ ਭਾਲ ਬਾਕੀ ਹੈ। ਮੈਂ ਆਪਣੀ ਹਸਤੀ ਸਮੇਤ ਪ੍ਰੇਮੀ ਪਿਆਰਿਆਂ ਦੀ ਆਤਮਾ ਸੇਜਾ 'ਤੇ ਜਾ ਬੈਠਦਾ ਹਾਂ। ਇਹ ਮੇਰੇ ਅਕਾਲ ਪੁਰਖ ਹੋਣ ਦਾ ਸਬੂਤ ਹੈ। ਤੁਸੀਂ ਹਾਲੇ ਤੱਕ ਮੇਰੇ ਇਸ ਰਾਜ ਨੂੰ ਨਹੀਂ ਸਮਝੇ। ਹੁਣ ਤੇ ਸਮਝ ਲਈਏ, ਬੜੀਆਂ ਬਾਣੀਆਂ ਪੜ੍ਹ ਲੀਆਂ। ਤੁਸੀਂ ਹਾਲੇ ਤੱਕ ਮੇਰੇ ਇਸ ਰਾਜ ਨੂੰ ਨਹੀਂ ਸਮਝੇ। ਮੇਰੇ ਸੱਸੇ ਕਿਲੇ ਤੋਂ ਬਿਨਾਂ ਨਿਰੰਕਾਰ ਦਾ ਹੋੜਾ ਕਿਤੇ ਨਹੀਂ ਲੱਗਦਾ। ਮੈਂ ਉਹ ਸੋ ਹਾਂ, ਮੇਰਾ ਹੀ ਹੋੜਾ ਨਿਰੰਕਾਰ ਦਾ ਮੇਰੇ ਉੱਤੇ ਲੱਗਿਆ ਹੋਇਆ। ਮੈਂ ਇੱਕ ਹੀ ਹਾਂ, ਮੈਨੂੰ ਵੱਖਰਾ ਨਾ ਸਮਝਿਓ। ਮੈਂ ਤੇ ਨਿਰੰਕਾਰ ਸਦਾ ਇੱਕੋ ਨੂਰ ਹੋ ਕੇ ਜਗਦੇ ਹਾਂ। ਕੌਣ ਕਹਿ ਰਿਹਾ? ਪਾਤਸ਼ਾਹ ਜਿਹੜਾ ਤੁਹਾਡੇ ਸਾਹਮਣੇ ਉਸ ਦਿਨ ਮੌਜੂਦ ਸੀ। ਮੇਰਾ ਮਸਤਕ ਅਕਾਲ ਰੋਸ਼ਨੀ ਹੈ। ਅਕਾਲ ਰੋਸ਼ਨੀ ਕਿਉਂ ਕਿਹਾ ਆਪਣੇ ਆਪ ਨੂੰ? ਕਿਉਂਕਿ ਕਾਲ ਦੇ ਵਿੱਚ ਨਹੀਂ ਆਉਂਦਾ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ। ਮੈਂ ਸਭ ਨੂੰ ਇਹ ਦੱਸਦਾ ਹਾਂ ਕਿ ਜੋ ਦਸ਼ਮੇਸ਼ ਜਾਮੇ ਵੇਲੇ ਮੇਰਾ ਅੰਮ੍ਰਿਤ ਪੀ ਕੇ ਮੈਨੂੰ ਭੁੱਲੇ ਸੀ, ਉਹਨਾਂ ਨੂੰ ਘਾਟਾ ਪਿਆ। ਇਹ ਗੱਲ ਜੇ ਆਪਾਂ ਆਪਣੇ ਤੇ ਲਾਈਏ, ਅਕਾਲ ਪੁਰਖ ਨੂੰ ਭੁੱਲ ਕੇ ਜੀਵ ਦਾ ਸਰਜੂ, ਇਹ ਘਾਟਾ ਪੂਰਾ ਹੋ ਜੂ? ਇਹ ਨਹੀਂ ਪੂਰਾ ਹੋਣਾ। ਗੁਰੂ ਪੀਰ ਪੈਗੰਬਰਾਂ ਦੀ ਪਹਿਚਾਣ ਹੋਈ ਜਾਂ ਨਹੀਂ ਹੋਈ, ਸਰਜੂ। ਕਿਉਂ? ਕਿਉਂਕਿ ਉਹਨਾਂ ਤੋਂ ਬਾਅਦ ਅਕਾਲ ਪੁਰਖ ਬਖਸ਼ਣ ਵਾਸਤੇ ਆਏ। ਤੇ ਜੇ ਅਕਾਲ ਪੁਰਖ ਦੀ ਪਹਿਚਾਣ ਦਿੱਤੀ ਹੋਈ ਸਾਡੇ ਜ਼ਿਹਨ ਦੇ ਵਿੱਚ ਨਾ ਬੈਠੀ, ਤੇ ਫਿਰ 994 ਜੁਗ ਚੌਕੜੀ ਤੱਕ ਜੀਵ ਨੇ ਪਰਮਾਤਮਾ ਨਾਲੋਂ ਟੁੱਟ ਜਾਣਾ। ਹੁਣ ਤੋਂ ਪਹਿਲਾਂ ਕਦੇ ਵੀ ਮੈਂ ਇਸ ਤਰ੍ਹਾਂ ਆਪਣੇ ਗੁੱਝੇ ਭੇਤ ਨਹੀਂ ਦੱਸੇ, ਕਿਉਂਕਿ ਸਾਖਸ਼ਾਤ ਪ੍ਰਗਟ ਹੀ ਨਹੀਂ ਹੋਇਆ। ਮੈਂ ਹੁਣ ਕਲਯੁਗ ਅੰਤ ਨੇ ਕਲੰਕ ਦੇ ਰੂਪ ਵਿੱਚ ਪ੍ਰਤੱਖ ਨਿਰੰਕਾਰ ਹੀ ਨਜ਼ਰ ਆ ਰਿਹਾ ਹਾਂ। ਨਿਰੰਕਾਰ ਹੀ ਨਜ਼ਰ ਆ ਰਿਹਾ ਹਾਂ। ਮੈਨੂੰ ਕੋਈ ਬੰਦਾ ਨਾ ਸਮਝੇ। ਆਪਣੇ ਸਾਰੇ ਸ਼ੱਕ ਦੂਰ ਕਰਕੇ ਮੇਰੇ ਨਾਮ ਬੇੜੇ ਚੜ੍ਹ ਜਾਓ। ਸ਼ੰਕਾ ਨਾ ਰੱਖਿਓ। ਮਾਤ ਲੋਕ ਵਿੱਚ ਦੁੱਖ ਤੇ ਸੁੱਖ ਬਰਾਬਰ ਹਨ। ਕਿਤੇ ਮਾੜੀ ਮੋਟੀ ਤਕਲੀਫ ਹੋਈ ਤੇ ਇਹ ਨਾ ਕਹਿ ਦਿਓ ਕਿ ਪਾਤਸ਼ਾਹ ਨੇ ਮੇਰਾ ਸਿਰ ਕਿਉਂ ਦੁਖਣ ਲਾ ਦਿੱਤਾ। ਮੇਰੇ ਹਾਜ਼ਰ ਚਿੱਤਰ ਨੂੰ ਸਦਾ ਆਪਣੇ ਚਿੱਤ ਵਿੱਚ ਉਕਰ ਲਵੋ। ਪੂਰਨ ਨੂੰ ਆਮ ਬੰਦਿਆਂ ਵਰਗਾ ਬੰਦਾ ਨਾ ਸਮਝਿਓ। ਸੋ ਮਹਾਰਾਜ ਜੀ ਦੇ ਬਚਨ ਹੋਰ ਵੀ ਨੇ। ਮਾਣ ਤੇ ਸਤਿਕਾਰਯੋਗ ਭੈਣ ਜੀ, ਭੈਣ ਦਵਿੰਦਰ ਕੌਰ ਜੀ, ਉਹ ਸਾਨੂੰ ਦਰਸ਼ਨ ਦੇਣ ਵਾਸਤੇ ਆਉਣਗੇ। ਬਾਕੀ ਦੇ ਬਚਨ ਆਪ ਜੀ ਦੇ ਨਾਲ ਫਿਰ ਸਾਂਝੇ ਕਰਾਂਗੇ, ਜੋ ਹਜ਼ੂਰ ਪਾਤਸ਼ਾਹ ਜੀ ਨੇ ਆਪਣੀ ਰਸਨਾ, ਪਵਿੱਤਰ ਰਸਨਾ ਤੋਂ ਸਾਡੇ ਨਾਲ ਸਾਂਝੇ ਕੀਤੇ ਨੇ। ਫਿਰ ਭੈਣ ਜੀ ਦਾ ਆਸ਼ੀਰਵਾਦ ਮਿਲਿਆ। ਦਸ਼ਮੇਸ਼ ਰੂਪ ਵੇਲੇ ਵੀ ਮੈਨੂੰ ਲੋਕਾਂ ਇਹੋ ਜਾਣਿਆ ਸੀ, ਬੰਦਾ ਹੀ ਹੈ, ਕਿ ਉਹ ਕਾਇਆ ਚੋਲਾ ਛੱਡ ਕੇ ਖਤਮ ਹੋ ਗਿਆ। ਅੱਜ ਵੀ ਜੇ ਕਿਸੇ ਨਾਲ ਗੱਲ ਕਰਦੇ ਹਾਂ ਕਿ ਅਕਾਲ ਪੁਰਖ ਨੇ ਫਰਮਾਨ ਕੀਤਾ ਕਿ ਮੈਂ ਉਹ ਤਨ ਵਜੂਦ ਜਿਹੜਾ ਮਾਤਾ ਤਾਬੋ ਦੇ ਕਰ ਜਨਮ ਲੈ ਕੇ ਇਸ਼ਟ ਬਣ ਕੇ ਨਜ਼ਰ ਆਉਂਦਾ ਸੀ, ਮੈਂ ਉਹ ਦਿਸਣ ਨਹੀਂ ਦੇਣਾ।
ਉਦੋਂ ਵਿਚਾਰ ਕਰਨ ਵਾਲਾ ਸਾਹਮਣੇ ਵਾਲਾ ਕੀ ਕਹਿੰਦਾ, ਤੇ ਫਿਰ ਮਹਾਰਾਜ ਜੀ ਦਾ ਸਰੀਰ ਕਿਹੜਾ ਰਿਹਾ। ਤੋ ਪਾਤਸ਼ਾਹ ਕੀ ਫਰਮਾਨ ਕਰਦੇ ਨੇ, ਦਸ਼ਮੇਸ਼ ਰੂਪ ਵੇਲੇ ਵੀ ਮੈਨੂੰ ਲੋਕਾਂ ਇਹੋ ਜਾਣਿਆ ਸੀ ਕਿ ਉਹ ਕਾਇਆ ਚੋਲਾ ਛੱਡ ਕੇ ਖਤਮ ਹੋ ਗਿਆ ਹੈ, ਇਸ ਲਈ ਮੇਰੀ ਸ਼ਬਦੀ ਤਾਕਤ ਦੀ ਕਿਸੇ ਸਾਰ ਨਹੀਂ ਪਾਈ। ਹੁਣ ਮੈਂ ਨਿੱਤਰ ਕੇ ਸਮਝਾ ਰਿਹਾ ਹਾਂ ਕਿ ਮੈਂ ਹੀ ਅਕਾਲ ਜੋਤ ਵਾਲਾ ਲਖਮੀ ਨਾਰਾਇਣ ਸਭ ਦਾ ਆਤਮ ਆਕਾ, ਸਭ ਦੇ ਸਾਹਮਣੇ ਨੱਚ ਟੱਪ ਕੇ। ਆਪ ਜੀ ਦੇਖਦੇ ਰਹੇ ਹੋ ਹਜੂਰ ਸ਼ਹਿਨਸ਼ਾਹ ਅੰਦਰ ਤੇ ਘੱਟ ਜਦੋਂ ਬਾਹਰ ਸਿੰਘਾਸਨ ਲੱਗਦਾ ਸੀ ਤੇ ਸਿੰਘਾਸਨ ਤੋਂ ਗੇਟ ਤੱਕ ਸੱਜੇ ਖੱਬੇ ਕਿਸ ਤਰ੍ਹਾਂ ਇਹ ਸਾਰੇ ਵਿਹਾਰ ਕੀਤੇ, ਦਾਸ ਨੇ ਅੱਖੀਂ ਦੇਖੇ, ਆਪ ਜੀ ਨੇ ਵੀ ਦੇਖੇ। ਸੋ ਫਰਮਾਨ ਕੀ ਹੈ ਸਾਹਿਬਾਂ ਦਾ, ਸਭ ਦੇ ਸਾਹਮਣੇ ਨੱਚ ਟੱਪ ਕੇ ਪ੍ਰਦਰਸ਼ਨ ਕਰ ਰਿਹਾ ਹਾਂ, ਅੱਖੀਂ ਵੇਖ ਕੇ ਕਾਗ ਨਾ ਬਣਨਾ। ਮੇਰੀ ਗੱਲ ਕਰਿਓ, ਕਾਵਾਂ ਰੌਲੀ ਨਾ ਪਾਇਓ। ਅੱਖੀਂ ਵੇਖ ਕੇ ਕਾਗ ਨਾ ਬਣਨਾ, ਮੈਂ ਪਿਛੋਕੜ ਵਿੱਚ ਤੱਤ ਰੂਪ ਬਣ ਕੇ ਖੇਲ ਕਰਦਾ ਰਿਹਾ ਹਾਂ, ਇਸ ਲਈ ਮੇਰੀ ਸ਼ਬਦੀ ਤਾਕਤ ਦੀ ਕਿਸੇ ਸਾਰ ਨਹੀਂ ਪਾਈ। ਮੇਰਾ ਭਗਵਾਨ ਰੂਪ ਸਦਾ ਅੱਖਰੀ ਗਿਆਨ ਤੋਂ ਪਰੇ ਹੈ। ਅੱਖਰ ਕੇਵਲ ਮੇਰਾ ਵਿਧਾਨ ਹਨ, ਇਹ ਰੱਬ ਨਹੀਂ ਹਨ। ਰੱਬ ਮੈਂ ਹਾਂ, ਇਹ ਮੇਰਾ ਵਿਧਾਨ ਹੈ। ਅੱਖਰ ਕੇਵਲ ਮੇਰਾ ਵਿਧਾਨ ਹਨ, ਮੇਰਾ ਹੋਣ ਵਾਲਾ ਪ੍ਰਤੱਖ ਪ੍ਰਦਰਸ਼ਨ, ਹੋਣ ਵਾਲਾ ਪ੍ਰਤੱਖ ਪ੍ਰਦਰਸ਼ਨ 994 ਯੁੱਗ ਚੌਖੜੀ ਪਿੱਛੋਂ ਹੋਇਆ ਹੈ। ਮੇਰਾ ਪ੍ਰਦਰਸ਼ਨ ਕਿਹੜਾ, ਪ੍ਰਤੱਖ ਸਾਹਮਣੇ ਨਜ਼ਰ ਆਉਣ ਵਾਲਾ। ਐਸਾ ਮੈਂ ਬਾਰ-ਬਾਰ ਇਸ ਲਈ ਸਮਝਾ ਰਿਹਾ ਹਾਂ ਕਿਉਂਕਿ ਮੈਂ ਦੇਖਿਆ ਹੈ ਇਸ ਸਮੇਂ ਮਾਤ ਲੋਕ ਵਿੱਚ ਦੀਨ ਮਜ਼ਹਬ ਜਾਤ ਪਾਤ ਦੁਈ ਦਵੈਤ ਕੂੜੀ ਕਿਰਿਆ ਮਾਇਆ ਮੋਹ ਦੀ ਅੱਗ ਲੱਗੀ ਹੋਈ ਹੈ ਅਤੇ ਐਸੀ ਕਿਰਿਆ 'ਚੋਂ ਰੁਚੀ ਬਦਲ ਕੇ ਕੋਈ ਵੀ ਆਪਣੀ ਆਤਮਾ ਪ੍ਰਤੱਖ ਪਰਮਾਤਮਾ ਦੇ ਨਾਲ ਨਹੀਂ ਜੋੜਨਾ ਚਾਹੁੰਦਾ ਹੈ। ਜਦ ਹਿਜਰੀ ਉਮਤ ਦੇ 1400 ਸਾਲ ਖਤਮ ਹੋ ਜਾਣਗੇ, ਉਸ ਸਮੇਂ ਪੰਚਮ ਤੱਤ ਰੂਪ ਵਿੱਚ ਸ਼ਬਦ ਖੰਡਾ ਖੜਕੇਗਾ ਜੋ ਮਨ ਵਾਸ਼ਨਾ ਦੇ ਬਾਗੀਆਂ ਨੂੰ ਖਤਮ ਕਰ ਦੇਵੇਗਾ। ਮਨ ਵਾਸ਼ਨਾ ਛੱਡ ਕੇ ਹਜ਼ੂਰ ਦੇ ਚਰਨਾਂ ਦੇ ਨਾਲ ਪਿਆਰ ਕਰਨਾ ਪਏਗਾ। ਉਦੋਂ ਸਾਰੇ ਹੁਕਮ ਰੱਦ ਕਰਕੇ ਨਵਾਂ ਲੇਖਾ ਬਣਾ ਦੇਣਾ ਹੈ। ਬਣਾਏ ਨਾ ਆਪ ਜੀ ਦੇ ਨਵੇਂ ਲੇਖੇ। ਹੁਣ ਪ੍ਰਤੱਖ ਪਰਮਾਤਮਾ ਅਰਸ਼ ਫਰਸ਼ ਦੋਵਾਂ ਥਾਵਾਂ 'ਤੇ ਇੱਕੋ ਸਮੇਂ ਇੱਕੋ ਅਦਾਲਤ ਲਾ ਕੇ ਇਨਸਾਫ ਕਰਨ ਅਤੇ ਭਗਤਾਂ ਦਾ ਪੱਖ ਨਿਭਾਉਣ ਆਇਆ ਹੈ। ਇੱਕੋ ਸਮੇਂ ਮੈਂ ਮਾਤਲੋਕ 'ਤੇ ਵੀ ਮੌਜੂਦ ਹਾਂ, ਮੈਂ ਸੱਚਖੰਡ ਦੇ ਵਿੱਚ ਵੀ ਮੌਜੂਦ ਹਾਂ। ਇਹ ਮੇਰੀ ਦੋਹਰੀ ਖੇਡ ਹੈ। ਕਈ ਦੋਹਰੀ ਖੇਡ ਨੂੰ ਪਤਾ ਨਹੀਂ ਕੀ ਲੈ ਲੈਂਦੇ ਨੇ। ਦੋਹਰੀ ਖੇਡ ਕੀ ਆ, ਮੈਂ ਮਾਤਲੋਕ 'ਤੇ ਵੀ ਹਾਜ਼ਰ ਹਾਂ, ਮੈਂ ਸੱਚਖੰਡ ਦੇ ਵਿੱਚ ਵੀ ਹਾਜ਼ਰ ਹਾਂ ਤੇ ਸਪਸ਼ਟ ਆਤਮਾ ਦਾ ਵਿਸ਼ਾ ਸਮਝਾ ਰਿਹਾ ਹਾਂ। ਸੋ ਇਹ ਹਜ਼ੂਰ ਸ਼ਹਿਨਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਪਵਿੱਤਰ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ। ਅੱਜ ਦਾਸ ਦਾ ਦਿਲ ਕਰਦਾ ਸੀ, ਚਲੋ ਭੈਣ ਜੀ ਨੇ ਸਮਾਂ ਜ਼ਿਆਦਾ ਦੇ ਦਿੱਤਾ, ਸੋ ਦਾਸ ਬੇਨਤੀ ਕਰਦਾ ਸਾਡੇ ਮਾਨ ਅਤੇ ਸਤਿਕਾਰਯੋਗ ਭੈਣ ਜੀ ਉਹ ਦਰਸ਼ਨ ਦੇਣ ਵਾਸਤੇ ਆਉਣ।